हस्त खिलत तेरे देहरे आया। अगला प्रसंग सुनो जी। मेरा ਵਿਆਹ ਸਨ 1971 ਵਿੱਚ ਹੋਇਆ ਸੀ। ਕੁਝ ਸਮੇਂ ਤੋਂ ਬਾਅਦ ਸਰਦਾਰਨੀ ਬਾਰੇ ਸਾਡੀ ਮਾਂ ਨੂੰ ਪਤਾ ਲੱਗਿਆ ਕਿ ਬੱਚਾ ਹੋਣ ਵਾਲਾ ਹੈ। ਮੇਰੇ ਬੇਬੇ ਬਾਪੂ ਜੀ ਸਾਡੇ ਲੱਖ ਰੋਕਣ ਦੇ ਬਾਵਜੂਦ ਇੱਕ ਪੰਡਿਤ ਜੀ ਕੋਲ ਗਏ। ਪੰਡਿਤ ਜੀ ਨੇ ਸਾਡੇ ਘਰ ਆ ਕੇ ਕਈ ਤਰ੍ਹਾਂ ਦੇ ਜਾਦੂ ਮੰਤਰ ਕੀਤੇ, ਟੂਣੇ ਟਾਮਣ ਕੀਤੇ। ਮੰਤਰ ਵਾਲੇ ਤਵੀਤ ਬਣਾ ਕੇ ਮੇਰੀ ਜੀਵਨ ਸਾਥਣ ਦੇ ਇੱਕ ਗਲ ਵਿੱਚ ਪਾ ਦਿੱਤਾ, ਇੱਕ ਲੱਕ ਨਾਲ ਬੰਨ੍ਹ ਦਿੱਤਾ। ਉਸਨੇ ਸ਼ਰਤੀਆ ਮੁੰਡਾ ਹੋਣ ਦੀ ਗਰੰਟੀ ਦੇ ਦਿੱਤੀ। ਗੱਲ ਇੱਥੇ ਹੀ ਖਤਮ ਨਾ ਹੋਈ। ਸਾਡੇ ਬਾਪੂ ਜੀ ਮਹੰਤ ਟਹਿਲਦਾਸ ਤੋਂ ਮੰਤਰ ਮਾਰ ਕੇ ਤਿਆਰ ਕੀਤੀਆਂ ਸੁਆਹ ਦੀਆਂ ਪੁੜੀਆਂ ਵੀ ਲੈ ਆਏ। ਉਸ ਬਾਬੇ ਨੇ ਮੁੰਡਾ ਹੋਣ ਦੀ ਹੋਰ ਪੱਕੀ ਮੋਹਰ ਲਾ ਦਿੱਤੀ ਸੀ। ਇਹ ਮੰਤਰਾਈ ਸੁਆਹ ਸਵੇਰੇ ਪਾਣੀ ਵਿੱਚ ਘੋਲ ਕੇ ਸਰਦਾਰਨੀ ਨੂੰ ਕਈ ਦਿਨਾਂ ਤੱਕ ਪਿਲਾਈ ਗਈ। ਮੇਰਾ ਇੱਕ ਦੋਸਤ ਆਰਐਮਪੀ ਡਾਕਟਰ ਸੀ, ਭਾਈ ਕਿਰਪਾਲ ਸਿੰਘ। ਵੈਸੇ ਤਾਂ ਉਹ ਸਰਕਾਰੀ ਨੌਕਰੀ ਕਰਦਾ ਸੀ। ਸਾਡੇ ਨੇੜੇ ਪਿੰਡ ਚੁਪਕੀ ਵਿਖੇ ਮਾਸਟਰ ਲੱਗਿਆ ਹੋਇਆ ਸੀ। ਸਾਡੇ ਪਿੰਡ ਵਿੱਚੋਂ ਕਿਸੇ ਭਰਾ ਤੋਂ ਉਸਨੇ ਮੇਰੀਆਂ ਅਲਵਲਲੀਆਂ ਗੱਲਾਂ ਸੁਣ ਲਈਆਂ। ਪੁੱਛਦਾ ਪਛਾਂਦਾ ਸਾਡੇ ਘਰ ਆਉਣ ਲੱਗ ਪਿਆ। ਮੈਂ ਗੁਆਂਢ ਵਿੱਚ ਉਸ ਨੂੰ ਮਕਾਨ ਕਿਰਾਏ 'ਤੇ ਲੈ ਕੇ ਦੇ ਦਿੱਤਾ। ਉਹ ਚੰਗਾ ਹਸਮੁਖ ਬੰਦਾ ਸੀ, ਚੰਗੀ ਦੋਸਤੀ ਬਣ ਗਈ। ਜਦੋਂ ਉਸ ਨੂੰ ਸਾਡੇ ਘਰ ਬੱਚੇ ਦੀ ਆਮਦ ਬਾਰੇ ਖਬਰ ਮਿਲੀ ਤਾਂ ਉਸਨੇ ਰੇਖ ਵਿੱਚ ਮੇਖ ਗੱਡਣ ਵਾਲੀ ਦਵਾਈ ਤਿਆਰ ਕੀਤੀ। ਕਪਲਾ ਗਊ ਦਾ ਦੁੱਧ ਲਿਆ ਕੇ 7 ਖੁਰਾਕਾਂ ਸਰਦਾਰਨੀ ਨੂੰ ਛਕਣ ਲਈ ਕਿਹਾ। ਸਾਡੇ ਬਾਪੂ ਜੀ ਨੇ ਕਾਲੇ ਰੰਗ ਦੀ ਕਿਧਰੇ ਗਾਂ ਲੱਭੀ। 7 ਦਿਨ ਉਹਨਾਂ ਤੋਂ ਪਾਈਆ ਪਾਈਆ ਰੋਜ਼ ਦੁੱਧ ਲਿਆਂਦਾ ਗਿਆ। ਸਰਦਾਰਨੀ ਨੂੰ ਇਹ ਵੀ ਛਕਾਇਆ ਗਿਆ। ਮੈਂ ਮਨ ਹੀ ਮਨ ਘਬਰਾਇਆ ਫਿਰਾਂ। ਮਨਾ ਜੇ ਮੁੰਡਾ ਹੋ ਗਿਆ ਤਾਂ ਘਰਦਿਆਂ ਨੂੰ ਤਾਂ ਖੁਸ਼ੀ ਹੋਵੇਗੀ, ਪਰ ਇੰਦਰ ਸਿੰਘ ਮਾਰਿਆ ਜਾਵੇਗਾ। ਪੰਡਿਤ ਕਹੇਗਾ ਮੁੰਡਾ ਮੇਰਾ ਹੈ, ਸਾਧ ਕਹੇਗਾ ਮੁੰਡਾ ਮੈਂ ਬਖਸ਼ਿਆ ਹੈ, ਡਾਕਟਰ ਕਿਰਪਾਲ ਸਿੰਘ ਕਹੇਗਾ ਇਹ ਕਾਕਾ ਮੇਰਾ ਹੈ। ਮੈਂ ਤਾਂ ਮਾਰਿਆ ਗਿਆ, ਮੇਰਾ ਤਾਂ ਕਿਧਰੇ ਨਾਮੋ ਨਿਸ਼ਾਨ ਨਹੀਂ ਲੱਭਣਾ। ਘਰ ਦੇ ਤਿੰਨਾਂ ਦੇ ਗੁਲਾਮ ਬਣ ਜਾਣਗੇ। ਆਲੇ ਦੁਆਲੇ ਡੌਂਡੀ ਪਿੱਟੀ ਜਾਵੇਗੀ ਕਿ ਇਹਨਾਂ ਦੀ ਕਿਰਪਾ ਨਾਲ ਮੁੰਡਾ ਪੈਦਾ ਹੋਇਆ ਹੈ। ਮੈਂ ਭਾਵੇਂ ਜਿੰਨਾ ਮਰਜ਼ੀ ਬਾਗੀ ਹੋਵਾਂ, ਪਰ ਘਰਦਿਆਂ ਨੇ ਮੈਨੂੰ ਭੱਜਣ ਨਹੀਂ ਦੇਣਾ। ਬਾਰ-ਬਾਰ ਇਹਨਾਂ ਦੀ ਕਿਰਪਾ ਮੇਰੇ 'ਤੇ ਹਾਵੀ ਕਰ ਦਿਆ ਕਰਨਗੇ ਕਿ ਐਵੇਂ ਨਹੀਂ ਮਹਾਂਪੁਰਖਾਂ ਨੂੰ ਮੰਦੇ ਬੋਲੀ ਦਾ। ਜਿੰਨੀ ਕੁ ਉਦੋਂ ਮੇਰੀ ਮਤ ਸੀ, ਮੈਂ ਗੁਰਦੁਆਰੇ ਜਾ ਕੇ ਪੂਰੀ ਸ਼ਰਧਾ ਸਤਿਕਾਰ ਨਾਲ ਅਰਦਾਸ ਕਰਿਆ ਕਰਾਂ ਕਿ ਸੱਚੇ ਪਾਤਸ਼ਾਹ ਬਖਸ਼ ਲੈ ਮੈਨੂੰ, ਮੇਰੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ। ਇਸ ਵਾਰੀ ਸਾਡੇ ਘਰ ਕਾਕਾ ਨਾ ਭੇਜੀ, ਬੇਟੀ ਭੇਜ ਦੇਵੀਂ। ਜੇ ਤੂੰ ਐਤਕੀ ਬੇਟਾ ਭੇਜ ਦਿੱਤਾ, ਮੈਨੂੰ ਇਹਨਾਂ ਦਾ ਗੁਲਾਮ ਬਣਨਾ ਪਵੇਗਾ। ਬਖਸ਼ ਲੈ ਗਰੀਬ ਨੂੰ, ਬੇਟੀ ਭੇਜ ਦੇ ਸੱਚੇ ਪਾਤਸ਼ਾਹ, ਬਖਸ਼ ਲੈ। ਦਿਨ ਬੀਤਦੇ ਗਏ, ਉਡੀਕ ਦੀਆਂ ਘੜੀਆਂ ਲੰਮੀਆਂ ਹੁੰਦੀਆਂ ਗਈਆਂ। ਮੁੰਡਾ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਤਿੰਨੇ ਮਹਾਂਪੁਰਖ ਆਪੋ ਆਪਣੀਆਂ ਮੰਗਾਂ ਵੀ ਸਾਨੂੰ ਹੌਲੀ ਹੌਲੀ ਸੁਣਾਉਣ ਲੱਗ ਪਏ। ਕਾਕੇ ਦੇ ਜਨਮ ਦੀ ਖੁਸ਼ੀ ਵਿੱਚ ਅਸੀਂ ਆਹ ਲੈਣਾ ਹੈ, ਮੈਂ ਆਹ ਲੈਣਾ ਹੈ। ਸਮਾਂ ਪੂਰਾ ਹੋਇਆ। ਸੱਚੇ ਪਾਤਸ਼ਾਹ ਨੇ ਬਹੁਤ ਕਿਰਪਾ ਕੀਤੀ ਮੇਰੇ 'ਤੇ। ਜਦੋਂ ਬੱਚੇ ਦਾ ਜਨਮ ਹੋਇਆ ਤਾਂ ਉਹ ਬੇਟਾ ਨਹੀਂ ਬਲਕਿ ਬੇਟੀ ਸੀ। ਸਾਰਿਆਂ ਦੇ ਹਵਾਸ਼ ਉੱਡ ਗਏ। ਜਿਉਂ-ਜਿਉਂ ਪਤਾ ਲੱਗਦਾ ਸਿਆਣੇ ਨੀਵੀਆਂ ਪਾ ਲੈਂਦੇ। ਉਹਨਾਂ ਨੂੰ ਸੱਚ ਨਹੀਂ ਸੀ ਆ ਰਿਹਾ। ਮੈਂ ਭੰਗੜੇ ਪਾ ਰਿਹਾ ਸਾਂ, ਬਾਬਾ ਜੀ ਦਾ ਧੰਨਵਾਦ ਕਰ ਰਿਹਾ ਸਾਂ ਕਿ ਸੱਚੇ ਪਾਤਸ਼ਾਹ ਤੁਸੀਂ ਮੇਰੀ ਇੱਜ਼ਤ ਰੱਖ ਲਈ। ਸੱਚੇ ਪਾਤਸ਼ਾਹ ਹੁਣ ਇਹ ਬੇਟੀ ਮੇਰੀ ਹੈ, ਮੇਰੀ ਪਤਨੀ ਦੀ ਹੈ, ਕਿਸੇ ਸਾਧ ਸੰਤ ਦੀ ਬਖਸ਼ਿਸ਼ ਇਹ ਨਹੀਂ ਹੈ। ਬੇਬੇ ਜੀ, ਬਾਪੂ ਜੀ ਅਤੇ ਘਰ ਦੇ ਬਾਕੀ ਮੈਂਬਰਾਂ ਨੇ ਮੂੰਹ ਲਟਕਾ ਲਏ। ਮੇਰੀ ਜੀਵਨ ਸਾਥਣ ਵੀ ਕਾਫੀ ਦੁਖੀ ਹੋਈ। ਮੌਕਾ ਮਿਲਣ 'ਤੇ ਜਦੋਂ ਉਸ ਨੂੰ ਸਾਰੀ ਗੱਲਬਾਤ ਸਮਝਾਈ ਤਾਂ ਆਪਾਂ ਬਚ ਗਏ ਪਖੰਡੀਆਂ ਦੇ ਮੱਕੜ ਜਾਲ ਤੋਂ। ਅੱਗੇ ਵਾਸਤੇ ਆਪਾਂ ਪੂਰੀ ਤਰ੍ਹਾਂ ਸੁਰਖਰੂ ਹੋ ਗਏ, ਆਜ਼ਾਦ ਹੋ ਗਏ। ਹੁਣ ਕਿਸੇ ਸਾਧ ਬਾਬੇ ਨੂੰ ਮੰਨਣ ਵਾਸਤੇ ਇਹ ਸਾਨੂੰ ਦਬਾ ਨਹੀਂ ਸਕਣਗੇ। ਜੇ ਦਬਾ ਪਾਉਣਗੇ ਤਾਂ ਅਸੀਂ ਬਾਗੀ ਹੋਣ ਦਾ ਹੱਕ ਰੱਖਦੇ ਹਾਂ। ਤਕੜੀ ਹੋ ਤਕੜੀ। ਉਹ ਵੀ ਸਮਝ ਗਈ ਤੇ ਖੁਸ਼ ਹੋ ਗਈ। ਫਿਰ ਮੈਂ ਸਾਰੇ ਸਰੀਕੇ ਵਿੱਚ ਗਹਿ ਗੱਚ ਪਾਰਟੀ ਕੀਤੀ।
ਮੇਰੇ ਵੱਲੋਂ ਬੇਟੀ ਦੇ ਜਨਮ ਦੀ ਖੁਸ਼ੀ ਵਿੱਚ ਸਾਡੇ ਪਿੰਡ ਅਜਿਹੀ ਪਹਿਲੀ ਪਾਰਟੀ ਕੀਤੀ ਗਈ ਸੀ। ਸਾਰੇ ਹੈਰਾਨ ਹੋ ਕੇ ਪੁੱਛ ਰਹੇ ਸਨ ਕਿ ਬੇਟੀਆਂ ਦੀ ਪਾਰਟੀ ਤਾਂ ਕੋਈ ਨਹੀਂ ਕਰਦਾ, ਤੂੰ ਅਜਿਹਾ ਉਪਰਾਲਾ ਕਿਉਂ ਕੀਤਾ। ਉਹਨਾਂ ਸਾਰਿਆਂ ਨੂੰ ਤਾਂ ਮੈਂ ਇਹੀ ਜਵਾਬ ਦਿੰਦਾ ਕਿ ਮੈਂ ਬੇਟਾ ਜਾਂ ਬੇਟੀ ਵਿੱਚ ਕੋਈ ਫਰਕ ਨਹੀਂ ਸਮਝਦਾ। ਦੋਵੇਂ ਰੱਬ ਦੀ ਦਾਤ ਇੱਕੋ ਜਿਹੇ ਪਿਆਰੇ ਬੱਚੇ ਹੁੰਦੇ ਨੇ। ਵਿਚਲੀ ਗੱਲ ਸੀ ਕਿ ਮੈਂ ਪਾਂਧਿਆਂ ਸਾਧਾਂ ਤੋਂ ਸਿਆਣਿਆਂ ਦੇ ਜਕੜਬੰਦਾਂ ਵਿੱਚੋਂ ਆਜ਼ਾਦ ਹੋਇਆ ਮਹਿਸੂਸ ਕਰ ਰਿਹਾ ਸਾਂ। ਬਹੁਤੀ ਖੁਸ਼ੀ ਮੈਨੂੰ ਇਸੇ ਗੱਲ ਦੀ ਸੀ। ਮੇਰਾ ਇੱਕ ਚਾਚਾ ਪਾਰਟੀ ਵਿੱਚ ਨਹੀਂ ਆ ਸਕਿਆ। ਕਈ ਦਿਨਾਂ ਬਾਅਦ ਮਿਲਿਆ ਤਾਂ ਮੈਨੂੰ ਪੈਂਦੀ ਸੱਟੇ ਕਹਿਣ ਲੱਗਿਆ, ਬਈ ਇੰਦਰ ਸਿੰਘ, ਤੇਰੇ ਨਾਲ ਤਾਂ ਰੱਬ ਨੇ ਬੁਰੀ ਕੀਤੀ, ਪਤਾ ਨਹੀਂ ਕਿਹੜਾ ਪਾਪ ਅੱਗੇ ਆ ਗਿਆ ਤੇਰੇ। ਮੈਂ ਕਿਹਾ, ਚਾਚਾ ਜੀ ਧਿਆਨ ਨਾਲ ਸੁਣ ਲੈ, ਕਿਸੇ ਦੇ ਅੱਗੇ ਕੋਈ ਪਾਪ ਨਹੀਂ ਆਇਆ। ਫਿਰ ਮੇਰੇ ਨਾਲੋਂ ਵੱਡਾ ਪਾਪੀ ਤਾਂ ਤੂੰ ਹੈ ਜਿਸ ਦੇ 3 ਧੀਆਂ ਨੇ। ਇਸ ਤੋਂ ਪਹਿਲਾਂ ਤੁਹਾਡੀ ਮਾਂ ਜਾਣੀ ਕਿ ਮੇਰੇ ਦਾਦੀ ਜੀ ਦੇ ਤੁਸੀਂ 8 ਪੁੱਤਰ ਸੀ। ਉਹ ਸਦਾ ਰੱਬ ਅੱਗੇ ਅਰਦਾਸਾਂ ਕਰਦੀ ਸੀ ਕਿ ਮੇਰੇ 1-2 ਬੇਟੀਆਂ ਵੀ ਹੋਣੀਆਂ ਚਾਹੀਦੀਆਂ ਨੇ, ਪਰ ਰੱਬ ਨੇ ਬੇਟੀਆਂ ਨਹੀਂ ਬਖਸ਼ੀਆਂ। ਕੋਈ ਪੁੱਤਰ ਮੰਗਦਾ ਹੈ, ਕੋਈ ਧਨ ਮੰਗਦਾ ਹੈ, ਮੈਨੂੰ ਤਾਂ ਧੀ ਮੰਗ ਕੇ ਮਿਲੀ ਹੈ। ਮੈਨੂੰ ਬਹੁਤ ਖੁਸ਼ੀ ਹੋਈ। ਦੁਬਾਰਾ ਇਸ ਤਰ੍ਹਾਂ ਦੀ ਗੱਲ ਨਾ ਆਖੀ ਚਾਚਾ ਜੀ। ਖੈਰ 2-3 ਸਾਲ ਬਾਅਦ ਰੱਬ ਜੀ ਨੇ ਬਿਨਾਂ ਨੱਕ ਰਗੜੇ, ਬਿਨਾਂ ਅਰਦਾਸਾਂ ਕਰਾਏ, ਬਿਨਾਂ ਧਾਗੇ ਤਵੀਤਾਂ ਤੋਂ ਬੇਟਾ ਵੀ ਬਖਸ਼ ਦਿੱਤਾ। ਪਿੰਡ ਵਿੱਚ ਮੈਂ ਸਭ ਤੋਂ ਪਹਿਲਾਂ ਬੇਟੀ ਨੂੰ ਸਾਈਕਲ ਚਲਾਉਣਾ ਸਿਖਾਇਆ। ਥੋੜ੍ਹੀ ਵੱਡੀ ਹੋਈ ਨੂੰ ਸਕੂਟਰ ਸਭ ਤੋਂ ਪਹਿਲਾਂ ਸਿਖਾਇਆ। ਇਸੇ ਬੇਟੀ ਨਵਦੀਪ ਕੌਰ ਨੇ ਮੇਰਾ ਸਮਾਜ ਦੇ ਵਿੱਚ ਮਾਣ ਵਧਾਇਆ, ਰੱਜਮਾ ਪਿਆਰ ਦਿੱਤਾ। ਮੇਰੀ ਆਰਥਿਕ ਕਮਜ਼ੋਰੀ ਵੀ ਇਸਨੇ ਦੂਰ ਕਰਨ ਦੇ ਵਿੱਚ ਆਪਣਾ ਬਣਦਾ ਸਰਦਾ ਹਿੱਸਾ ਪਾਇਆ। ਇਹੋ ਜਿਹੀਆਂ ਹੋਣਹਾਰ ਬੇਟੀਆਂ ਤਾਂ ਘਰ ਘਰ ਜੰਮਣ। ਤੁਹਾਡਾ ਕੀ ਵਿਚਾਰ ਹੈ? ਬੇਟੀਆਂ ਨਾਲ ਇਸੇ ਤਰ੍ਹਾਂ ਪਿਆਰ ਕਰੋਗੇ ਕਿ ਅਜੇ ਵੀ ਕੋਈ ਸ਼ੱਕ ਹੈ ਕਿ ਬੇਟੇ ਬੇਟੀ 'ਚ ਕੁਝ ਅੰਤਰ ਹੁੰਦਾ ਹੈ? ਪਿਆਰਿਓ, ਗੁਣਾਂ ਦੀ ਕਦਰ ਕਰਿਆ ਕਰੋ। ਬੇਟਾ ਬੇਟੀ 'ਚ ਕੋਈ ਫਰਕ ਨਹੀਂ ਹੋਇਆ ਕਰਦਾ। ਆਖੋ ਸਤਨਾਮ।